ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। मैं डॉक्टर गगनदीप सिंह ਅਤੇ YouTube ਤੇ ਮੇਰਾ ਸੇਮ ਚੈਨਲ ਸਬਸਕ੍ਰਾਈਬ ਕਰ ਦੇਣਾ। ਅਸੀਂ ਗੱਲ ਕਰਾਂਗੇ ਭਗਤ ਬੇਣੀ ਦੀ। ਭਗਤ ਬੇਣੀ ਉਹ ਭਗਤ ਜਿਨ੍ਹਾਂ ਦੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ 3 ਸ਼ਬਦ ਮਿਲਦੇ ਨੇ। ਕਹਿੰਦੇ ਨੇ ਭਗਤ ਬੇਣੀ ਘਰੋਂ ਕਾਫੀ ਗਰੀਬ ਹੋਏ ਅਤੇ ਇਹਨਾਂ ਦਾ ਬਚਪਨ ਤੋਂ ਹੀ ਰੁਝਾਨ ਬੰਦਗੀ ਵੱਲ ਹੋਇਆ, ਪਰ ਘਰ ਦੀਆਂ ਪਰੇਸ਼ਾਨੀਆਂ ਦੇ ਕਰਕੇ ਸਿਰ 'ਤੇ ਕਰਜ਼ਾ ਬਹੁਤ ਜ਼ਿਆਦਾ ਸੀ। ਘਰ ਦੇ ਬੱਚਿਆਂ ਦੇ ਕੋਲ ਕੁਝ ਖਾਣ ਪੀਣ ਨੂੰ ਜ਼ਿਆਦਾ ਨਾ ਹੁੰਦਾ, ਜਿਹੜੀ ਘਰ ਵਾਲੀ ਉਹ ਵੀ ਰੋਜ਼ਾਨਾ ਪੈਸੇ ਮੰਗਦੀ ਪਰ ਪੈਸੇ ਹੁੰਦੇ ਨਹੀਂ ਕੋਲ। ਕਹਿੰਦੇ ਨੇ ਇੱਕ ਦਿਨ ਇਹਨਾਂ ਨੂੰ ਬੰਦਗੀ ਦਾ ਇੰਨਾ ਪਿਆਰ ਜਾਗਿਆ ਕਿ ਘਰੋਂ ਚਲੇ ਗਏ ਤਾਂ ਰਾਹ ਦੇ ਵਿੱਚ ਸਾਧੂਆਂ ਦੀ ਮੰਡਲੀ ਮਿਲ ਗਈ। ਮਾਨਸਿਕ ਪਰੇਸ਼ਾਨੀ ਵੀ ਜ਼ਿਆਦਾ, ਪਰ ਇੰਨਾ ਨਾਮ ਜਾਪ ਵੀ ਨਹੀਂ ਕਿ ਮਾਨਸਿਕ ਪਰੇਸ਼ਾਨੀਆਂ ਖਤਮ ਹੋ ਜਾਣ। ਮਨ ਵਿੱਚ ਆਇਆ ਕਿ ਮੈਂ ਕਿਉਂ ਨਾ ਆਤਮ ਹੱਤਿਆ ਕਰ ਲਵਾਂ, ਕਿਉਂਕਿ ਸ਼ਾਹੂਕਾਰਾਂ ਦੇ ਕਰਜ਼ੇ ਦੇਣ ਵਾਲੇ ਰੋਜ਼ਾਨਾ ਆ ਕੇ ਬੇਇੱਜ਼ਤ ਕਰਕੇ ਜਾਂਦੇ ਕਿ ਬੇਣੀ ਤੇਰੇ ਕੋਲ ਪੈਸੇ ਨਹੀਂ ਦਿੱਤੇ ਜਾਂਦੇ, ਤੂੰ ਇੰਨਾ ਟਾਈਮ ਪਹਿਲਾਂ ਲਈ ਸੀ। ਪਰ ਕਹਿੰਦੇ ਨੇ ਭਗਤ ਬੇਣੀ ਨੇ ਹੌਸਲਾ ਨਾ ਛੱਡਿਆ। ਜਦੋਂ ਸਾਧੂਆਂ ਦੀ ਮੰਡਲੀ ਮਿਲੀ ਤਾਂ ਉਹ ਮੰਡਲੀ ਕਹਿਣ ਲੱਗੀ ਕਿ ਹੇ ਬੇਣੀ, ਤੈਨੂੰ ਕਿਸੇ ਪਰੇਸ਼ਾਨੀ ਦੀ ਜ਼ਰੂਰਤ ਨਹੀਂ। ਜੇਕਰ ਤੂੰ ਰਾਮ ਦੇ ਨਾਮ ਦਾ ਜਾਪ ਕਰ ਲਈ ਤਾਂ ਤੇਰੀਆਂ ਸਾਰੀਆਂ ਮੁਸ਼ਕਿਲਾਂ ਹੱਲ ਹੋ ਸਕਦੀਆਂ ਨੇ। ਕਹਿੰਦੇ ਨੇ ਭਗਤ ਬੇਣੀ ਨੇ ਇਸੇ ਗੱਲ ਦੀ ਪਕੜ ਕਰ ਲਈ, ਕਿਉਂਕਿ ਬਚਪਨ ਤੋਂ ਹੀ ਰੁਝਾਨ ਬੰਦਗੀ ਵੱਲ ਸੀ। ਉਸ ਦਿਨ ਦੇਰ ਰਾਤ ਵਾਪਿਸ ਘਰ ਨਾ ਆਏ ਤਾਂ ਇਕਾਂਤ ਵਿੱਚ ਬੈਠ ਕੇ ਰਾਮ ਦੇ ਨਾਮ ਦਾ ਸਿਮਰਨ ਕਰਨ ਲੱਗੇ। ਵਾਪਿਸ ਘਰ ਵਿੱਚ ਆਏ ਤਾਂ ਘਰ ਵਾਲੀ ਨੇ ਪੈਸੇ ਮੰਗੇ ਤਾਂ ਅੱਜ ਝੂਠ ਪਹਿਲੀ ਵਾਰ ਬੇਣੀ ਨੇ ਬੋਲ ਦਿੱਤਾ ਕਿ ਮੇਰੇ ਕੋਲ ਪੈਸੇ ਨਹੀਂ, ਪਰ ਮੈਂ ਜਿੱਥੇ ਕੰਮ ਲੱਗਿਆ ਉਹ ਰਾਜੇ ਦੀ ਨੌਕਰੀ, ਜਿੱਥੇ ਮੈਂ ਭਗਵਾਨ ਦੇ ਰੂਪਾਂ ਦੀਆਂ ਕਥਾਵਾਂ ਕਰਦਾ, ਜਿੱਥੇ ਮੈਂ ਭਗਵਾਨ ਦੀ ਉਸਤਤ ਕਰਦਾ, ਜਿਸ ਦਿਨ ਮੇਰੀ ਕਥਾ ਪ੍ਰਵਾਨ ਹੋ ਗਈ ਰਾਜਾ ਖੁਸ਼ ਹੋ ਕੇ ਮੈਨੂੰ ਪੈਸੇ ਦੇਗਾ। ਪਤਨੀ ਨੂੰ ਪਤਾ ਸੀ ਕਿ ਝੂਠ ਬੋਲਦਾ, ਪਰ ਬਹੁਤੀ ਇੱਜ਼ਤ ਵੀ ਨਾ ਹੋਈ ਕਿਉਂਕਿ ਘਰ ਵਿੱਚ ਖਾਣ ਨੂੰ ਵੀ ਕੁਝ ਨਹੀਂ। ਕਹਿੰਦੇ ਨੇ ਇਸ ਤਰ੍ਹਾਂ 25 30 35 ਦਿਨ ਗੁਜ਼ਰ ਗਏ, ਪਰ ਇੱਕ ਦਿਨ ਇੰਨੀ ਪਰੇਸ਼ਾਨ ਹੋਈ ਭਗਤ ਬੇਣੀ ਦੀ ਘਰਵਾਲੀ ਅਤੇ ਧਮਕੀ ਦੇਣ ਲੱਗੀ ਕਿ ਹੇ ਬੇਣੀ, ਤੁਸੀਂ ਮੇਰੇ ਪਤੀ ਪਰਮੇਸ਼ਵਰ, ਪਰ ਘਰ ਵਿੱਚ ਖਾਣ ਨੂੰ ਕੁਝ ਨਹੀਂ, ਬੱਚਿਆਂ ਕੋਲ ਵੀ ਕੁਝ ਨਹੀਂ, ਪਰ ਜੇਕਰ ਇੱਦਾਂ ਹੀ ਰਹਿਣਾ ਤਾਂ ਅੱਜ ਮੈਂ ਵੀ ਜ਼ਹਿਰ ਖਾ ਕੇ ਮਰ ਜਾਵਾਂਗੀ ਅਤੇ ਬੱਚਿਆਂ ਨੂੰ ਵੀ ਜ਼ਹਿਰ ਦੇ ਦੇਵਾਂਗੇ। ਜਾਂ ਤਾਂ ਪੈਸੇ ਲੈ ਕੇ ਆਓ, ਨਹੀਂ ਤਾਂ ਸਾਡਾ ਮਰਿਆ ਮੂੰਹ ਵੇਖੋਗੇ। ਭਗਤ ਬੇਣੀ ਦੀ ਇੰਨੀ ਪਰੇਸ਼ਾਨੀ ਦੀ ਕੋਈ ਹੱਦ ਨਾ ਰਹੀ। ਕਹਿੰਦੇ ਨੇ ਅੱਜ ਇਕਾਂਤ ਵਿੱਚ ਚਲੇ ਗਏ। ਆਰੰਭ ਵਿੱਚ ਮਨ ਵੀ ਨਾ ਟਿਕਿਆ, ਪਰ ਜਦੋਂ ਮਨ ਟਿਕਿਆ ਤਾਂ ਨੇਤਰ ਖੁੱਲ੍ਹੇ ਹੀ ਨਹੀਂ। ਸ਼ਾਮ ਤੱਕ ਜਾਪ ਕਰੇ ਗਏ। ਵਾਪਿਸ ਘਰ ਵਿੱਚ ਆਏ ਤਾਂ ਮਨ ਵਿੱਚ ਇੱਕੋ ਹੀ ਚਿੰਤਾ ਕਿ ਜ਼ਰੂਰ ਕੁਝ ਗਲਤ ਹੋਇਆ ਹੋਵੇਗਾ, ਪਰ ਗਲਤ ਹੋਇਆ ਹੀ ਨਹੀਂ ਸੀ। ਕਹਿੰਦੇ ਭਗਤ ਬੇਣੀ ਨੇ ਵਾਪਿਸ ਆ ਕੇ ਵੇਖਿਆ ਤਾਂ ਘਰ ਵਿੱਚ ਪੂਰੀ ਚਹਿਲ ਪਹਿਲ। ਜਿਹੜੇ ਸ਼ਾਹੂਕਾਰ ਆ ਕੇ ਸੰਧਿਆ ਦੇ ਵੇਲੇ ਬੇਣੀ ਤੋਂ ਕਰਜ਼ਾ ਮੰਗਦੇ ਸਨ, ਉਹ ਸ਼ਾਹੂਕਾਰ ਉੱਥੇ ਕੋਈ ਵੀ ਨਹੀਂ ਸੀ। ਭਗਤ ਬੇਣੀ ਦੇ ਘਰ ਵਿੱਚ ਰਾਸ਼ਨ ਪਿਆ ਹੋਇਆ। ਭਗਤ ਬੇਣੀ ਦੇ ਘਰ ਵਿੱਚ ਹਰ ਉਹ ਸਮੱਗਰੀ ਜਿਹੜੀ ਖੁਸ਼ਹਾਲ ਜੀਵਨ ਦੇ ਲਈ ਜ਼ਰੂਰੀ ਸਨ। ਆਪਣੀ ਘਰਵਾਲੀ ਨੂੰ ਪੁੱਛਿਆ ਕਿ ਘਰ ਦੇ ਵਿੱਚ ਇੰਨਾ ਸਮਾਨ ਕਿੱਥੋਂ ਆਇਆ, ਤਾਂ ਕਹਿਣ ਲੱਗੇ ਕਿ ਹੇ ਪਤੀ ਪਰਮੇਸ਼ਵਰ, ਕਿ ਜਿਸ ਰਾਜੇ ਕੋਲ ਤੁਸੀਂ ਕਥਾ ਕਰਦੇ ਹੋ ਉਹ ਰਾਜਾ ਇੱਕ ਖੁਸ਼ੀ ਦੇ ਨਾਲ ਇਹ ਸਾਰਾ ਕੁਝ ਦੇ ਕੇ ਗਿਆ ਕਿ ਬੇਣੀ ਦੀ ਕਥਾ ਮੈਨੂੰ ਬਹੁਤ ਹੀ ਚੰਗੀ ਲੱਗੀ। ਬੇਣੀ ਦੀ ਕਥਾ 'ਚ ਪ੍ਰਵਾਨ ਹੋ ਗਈ। ਕਹਿੰਦੇ ਨੇ ਬੇਣੀ ਦੇ ਵੈਰਾਗ ਦਾ ਕੋਈ ਹੱਦ ਨਾ ਰਿਹਾ। ਭਗਤ ਬੇਣੀ ਵਾਪਿਸ ਆਈ ਉਸੇ ਅਸਥਾਨ 'ਤੇ ਅਤੇ ਅਰਦਾਸਾਂ ਕਰਨ ਲੱਗੇ ਕਿ ਹੇ ਪ੍ਰਭੂ, ਤੁਸੀਂ ਰਾਜੇ ਦਾ ਰੂਪ ਧਾਰਨ ਕਰਕੇ ਮੇਰੇ ਘਰ ਦੀ ਗਰੀਬੀ ਨੂੰ ਦੂਰ ਕਰਕੇ ਗਏ, ਪਰ ਮੈਨੂੰ ਦਰਸ਼ਨ ਕਿਉਂ ਨਾ ਦਿੱਤੇ। ਕਹਿੰਦੇ ਨੇ ਉਸ ਵੇਲੇ ਪ੍ਰਭੂ ਨੇ ਭਗਤ ਬੇਣੀ ਨੂੰ ਪਹਿਲੀ ਵਾਰ ਦਰਸ਼ਨ ਦਿੱਤੇ ਅਤੇ ਭਗਤ ਅਤੇ ਪ੍ਰਭੂ ਦਾ ਪਹਿਲੀ ਵਾਰ ਮਿਲਾਪ ਹੋਇਆ। ਇਸੇ ਤਰ੍ਹਾਂ ਇੱਕ ਕਥਾ ਭਗਤ ਸੈਣ ਜੀ ਦੇ ਜੀਵਨ ਦੀ ਮਿਲਦੀ ਹੈ। ਕਹਿੰਦੇ ਭਗਤ ਸੈਣ ਜਦੋਂ ਬਨਾਰਸ ਦੀ ਧਰਤੀ 'ਤੇ ਵੇਖਿਆ ਕਿ ਰਵਿਦਾਸ ਦੀ ਇੰਨੀ ਚੜ੍ਹਾਈ, ਕਬੀਰ ਦੀ ਇੰਨੀ ਚੜ੍ਹਦੀ ਕਲਾ, ਸਾਰੇ ਕਬੀਰ ਕਰਦੇ ਨੇ, ਸਾਰੇ ਰਵਿਦਾਸ ਦਾ ਨਾਮ ਜਪਦੇ ਨੇ। ਇੱਥੋਂ ਤੱਕ ਕਿ ਭਗਤ ਕਬੀਰ ਨੇ ਵੀ ਆਪਣੀ ਬਾਣੀ ਵਿੱਚ ਕਹਿ ਦਿੱਤਾ ਸੀ, ਕਬੀਰ ਮਨ ਨਿਰਮਲ ਪਿਆ ਜੈਸੇ ਗੰਗਾ ਨੀਰ, ਪਾਛੈ ਲਾਗੋ ਹਰ ਫਿਰੈ ਕਹਿਤ ਕਬੀਰ। ਕਬੀਰ ਦਾ ਮੰਨਣਾ ਸੀ, ਸਲੋਕ ਦਾ ਅਰਥ ਸੀ ਕਿ ਕਬੀਰ ਦਾ ਮਨ ਜਦੋਂ ਦਾ ਗੰਗਾ ਦੇ ਪਾਣੀ ਦੀ ਤਰ੍ਹਾਂ ਮਨ ਨਿਰਮਲ ਹੋਇਆ। ਭਾਵ ਸਰਲ ਸ਼ਬਦਾਂ ਦੇ ਵਿੱਚ ਕਿ ਜਦੋਂ ਦਾ ਮੇਰਾ ਮਨ ਨਿਰਮਲ ਹੋਇਆ, ਜਿਵੇਂ ਗੰਗਾ ਦਾ ਪਾਣੀ ਨਿਰਮਲ ਹੈ, ਉਦੋਂ ਦਾ ਮੈਨੂੰ ਰਾਮ ਦਾ ਨਾਮ ਜਪਣ ਦੀ ਜ਼ਰੂਰਤ ਨਹੀਂ ਹੈ, ਬਲਕਿ ਰਾਮ ਮੈਨੂੰ ਬਾਰ-ਬਾਰ ਪੁਕਾਰਾਂ ਕਰਦਾ ਹੈ, ਕਬੀਰ ਤੂੰ ਕਿੱਥੇ ਹੈ, ਕਬੀਰ ਤੂੰ ਕਿੱਥੇ ਹੈ। ਕਿ ਪ੍ਰਭੂ ਦੇ ਨਾਮ ਦੇ ਵਿੱਚ ਇੰਨੀ ਤਾਕਤ, ਜਦੋਂ ਗੰਗਾ ਦੇ ਪਾਣੀ ਦੀ ਤਰ੍ਹਾਂ ਮਨ ਸਾਫ਼ ਹੋ ਜਾਵੇ ਤਾਂ ਪ੍ਰਭੂ ਦੀ ਬੰਦਗੀ ਕਰਨ ਦੀ ਜ਼ਰੂਰਤ ਨਹੀਂ, ਬਲਕਿ ਪ੍ਰਭੂ ਸਾਨੂੰ ਆਪ ਹੀ ਆਵਾਜ਼ ਮਾਰ ਲੈਂਦੇ ਨੇ। ਤਾਂ ਸੈਣ ਨੇ ਜਦੋਂ ਵਡਿਆਈ ਸੁਣੀ ਰਵਿਦਾਸ ਦੀ, ਕਬੀਰ ਦੀ, ਤਾਂ ਮਨ ਵਿੱਚ ਬੜਾ ਹੀ ਸ਼ੌਂਕ ਪੈਦਾ ਹੋਇਆ ਕਿ ਮੈਂ ਵੀ ਬੰਦਗੀ ਕਰਨੀ ਹੈ। ਤਾਂ ਉਸ ਸਮੇਂ ਜਿਵੇਂ ਅੱਜ ਕੱਲ੍ਹ ਅਸੀਂ ਗਵਈਆਂ ਨੂੰ ਵੇਖਦੇ ਹਾਂ ਕਿ ਹਰ ਇੱਕ ਸ਼ਹਿਰ ਦੇ ਵਿੱਚ, ਹਰ ਗਲੀ ਮੁਹੱਲੇ ਦੇ ਵਿੱਚ ਬੱਚੇ ਗਾਣੇ ਗਾਉਂਦੇ ਨੇ, ਪਰ ਉਸ ਸਮੇਂ ਰਵਿਦਾਸ ਅਤੇ ਕਬੀਰ ਦਾ ਇੰਨਾ ਪ੍ਰਭਾਵ ਸੀ। ਕਹਿੰਦੇ ਨੇ ਬਨਾਰਸ ਦੀ ਗਲੀ ਦਾ ਬੱਚਾ ਇਹੋ ਹੀ ਚਾਹੁੰਦਾ ਸੀ ਕਿ ਮੈਂ ਵੀ ਭਗਤ ਬਣਨਾ ਹੈ, ਪਰ ਭਗਤ ਬਣਨਾ ਸਾਰਿਆਂ ਦੇ ਹਿੱਸੇ ਨਹੀਂ ਆਇਆ। ਇੰਨੀ ਵਡਿਆਈ ਸਾਰਿਆਂ ਨੂੰ ਨਹੀਂ ਮਿਲਦੀ। ਕਹਿੰਦੇ ਨੇ ਸੈਣ ਨੇ ਜਦੋਂ
उस समय जिवें हुण गवाइयां दीयां मंडलियां मिलदियां ने, लोकी ताशां खेडदे ने सत्थां विच बैठ के, पर उस वेले कबीर अते रविदास के प्रभाव दे विच रहण सभाई कीर्तन दीयां मंडलियां बणीਆਂ होईयां सन, जिवें अजकल जगराते दीयां मंडलियां ने। रहण सभाई कीर्तन तो बाद जदों रात नूं जाग्या जावे अते सारी रात जाग के प्रभु परमेश्वर की बंदगी की जाए, प्रभु की कीर्ति की जाए, उसकी कथा का गायन किया जाए। कहते ने सैन भी इस मंडली का एक हिस्सेदार सी। एक दिन की होया कि सैन के घर दे विच रहण सभाई कीर्तन होया। सैन ने जो रात को नेत्र बंद किए रहण सभाई कीर्तन की सुरां दे विच, तां कहंदे ने सवेरे जाग खुले ही नहीं, नेत्र खुले ही नहीं। प्रभु के रस दे विच इन्ने मदहोश हो गए, प्रभु के रस उन्होंने इन्ना ज़्यादा मिठा लगा। उस दिन कहते ने जिस राजे कोल भगत सैन नौकरी करते सन, उस राजे कोल जाना भुल गए। नेत्र खोले, होश वापस आए, चेतनता दे विच आए, तो मन में एको ही डर कि मैं तो गरीब हाँ, मेरे घर का गुजारा किवें होवेगा। अज मैं राजे को नौकरी तो नहीं गया, राजा तो मैनू कढ़ देवेगा दरबार दे विचों। डरदियां डरदियां बड़ी जल्दी दे नाल राजे के दरबार में चले गए अरे राजे नूं जाके मुआफ़िया मंगन लगे भगत सैन कि हे राजन मैनू माफ़ कर दें, मेरे तो अज आया नहीं गया, मैं सचमुच ही करे प्रभु बंदगी में लीन होया, मैनू पता ही नहीं लगा, पर मेरी गलती भी कोई नहीं सी, पर फिर भी मैं गलती मनदा कि मैं तेरी सेवा में हाज़र नहीं होया, पर मैनू अपनी नौकरी तो ना कटे, मेरे घर की गरीबी, मेरे घर का जो खान पान तेरे सिर ते चलता है। कहते ने राजा उस दिन बड़ा ही खुश सी। राजा उल्टा सैन नूं कहन लगा कि हे सैन तेरियां गल्लां नूं मैं बाद विच सुनागा, पर अज अंमृत वेले अज सवेरे आके तू जिहड़ी मेरी मालिश की, क्योंकि सैन की जात नाई सी अते उसका काम भी राजे के शरीर की मालिश करना सी, राजे के नौं कटने सैन की नौकरी सी। तो राजा कहन लगा कि हे सैन अज तू मेरी लत्तां नूं दबाया, अज तू मेरे शरीर की मालिश की, जिन्ने रोग मैनू बालक अवस्था तो जिन्ने भी लगे हुए सन अज सारे ही दूर हो गए। गठीए का रोग, मेरिया लत्तां दुखदियां सन, मेरे गोडियां के रोग, जिन्नियां हड्डियां दुखदियां सन, अज सदा सदा लई तेरी मालिश ने इन्हां नूं ठीक कर दिता है। इन्ना सुकून मैनू जिंदगी विच नहीं मिलिया। तू कहंदा सैन कि तू अज सवेरे आया नहीं, वेख मैं अज खुश होके तैनू सोने का हार दिता सी, तेरे गल विच है। सचमुच ही सैन के गल दे विच सोने का हार सी। सैन ने गल विच हथ मारिया तो हार उत्थे सी। तो सैन दी हुण सुर दोबारा ही उस परमेश्वर विच लग गई कि जिस प्रभु ने सैन की नौकरी बचाउण दे लई सैन का रूप धारण करके एक दुनियावी राजे की लत्तां की मालिश कर दी, वो प्रभु अपने सेवकां लई की कुछ नहीं कर सकता। कहते ने भगत सैन ने उस दिन बड़ा ही वैराग किया कि जिस प्रभु की मैं उस्तत करदा हाँ, जिस प्रभु की मैं चाकरी करन दे लई तैयार रहंदा हाँ, वो प्रभु ने चाकर बन के एक राजे की सेवा की। मैं प्रभु के दर्शन करने ने, प्रभु सचमुच ही सारियां दे पिता ने, प्रभु सचमुच ही सारियां दे पालनहार ने। सैन ने उस दिन आके बड़ी ही वैराग दे नाल, बड़ी ही शिद्दत दे नाल प्रभु की बंदगी ते प्रभु के दर्शन प्राप्त किए। ये गुरबाणी में भगत सैन की बड़ी उस्तत मिलती है। जिवें सैन नाई बुधकारिया हो कर कर सुनिया, हिरदे वसिया पार ब्रह्म भगतां मह गणिया, कि सैन के मन के जो पार ब्रह्म वसिया तो सैन की गिनती जिहड़ा जात पक्षों उस समय के समाजिक प्रबंध हिसाब के नाल एक नाई सी, एक शूदर सी, प्रभु ने सैन नूं भगत का दर्जा दिता। सैन के चरणों के विच आके उच्च जाति के लोग भी हाज़र होने शुरू हो गए, क्योंकि भगतां की वडियाई छिपी नहीं रहिंदी। जिवें ध्रुव प्रहलाद प्रगट होए उस ही तरह तन्ने की भी इज्जत फैली, भगत सैन की फैली। भगत बेणी नूं प्रभु ने साक्षात बचाया है आत्म हत्या तो। भगत सैन तो अते भगत बेणी तो असी मोटिवेशन लै लईए, इन्हां तो असी प्रेरणा लै लईए कि असी भी बंदगी करनी है। जेकर साडी लोड़ां नूं, साडे रोगां सोगां नूं दूर करना है तो प्रभु करनगे, और दुनिया का कोई भी मालिक साडे रोगां सोगां नूं दूर करन वाला नहीं। वाहिगुरू जी का खालसा, वाहिगुरू जी की फतेह।